Jai Guru Ji, this is Bini Kapoor once again. Last week, नहीं 10 दिन पहले I did a small satsang, and thank you everyone. A lot of requests came, lot of ਸੰਗਤ ਨੇ ਮੈਨੂੰ ਮੈਸੇਜ ਕੀਤਾ ਕਿ ਅੰਕਲ ਹੋਰ ਦੱਸੋ ਗੁਰੂ ਜੀ ਦੇ ਬਾਰੇ 'ਚ ਕੀ ਦੱਸਾਂ. there is so much to talk about him that there is no end. I think ਕੀ ਕਰਦੇ ਸੀ ਗੁਰੂ ਜੀ, ਕਿਹੜੇ ਚਮਤਕਾਰ ਕਰਦੇ ਸੀ, ਉਹ ਤੇ all of us know it. We see it even today. So ਕੋਈ ਉਸ ਗੱਲ ਦੇ ਬਾਰੇ ਇਸ ਤੇ ਲੱਖਾਂ ਕਰੋੜਾਂ ਲੋਕਾਂ ਦਾ ਕਲਿਆਣ ਹੋ ਚੁੱਕਿਆ. So they will be able to give you satsangs. ਮੈਂ ਤਾਂ ਸਿਰਫ try to share my time spent with him is what I'm trying to portray from here. So last week ਮੈਂ ਗੱਲ ਕੀਤੀ ਸੀ about in these trying times, testing times, ਕਿਸ ਤਰ੍ਹਾਂ how we should move forward and ਗੁਰੂ ਜੀ ਨੂੰ ਯਾਦ ਕੀਤਾ ਕਰੋ. ਬੜੇ ਲੋਕਾਂ ਨੇ ਮੈਨੂੰ 2-3 ਸਵਾਲ ਪੁੱਛੇ, ਮੈਸੇਜ, ਪਰਸਨਲ ਮੈਸੇਜ. ਸੌਰੀ ਆਈ ਐਮ ਨਾਟ ਬੀਇੰਗ ਏਬਲ ਟੂ ਟੇਕ everybody as a friend on Facebook because ਇੰਨੀ ਰਿਕੁਐਸਟ ਹਨ ਤੇ ਪਤਾ ਹੀ ਨਹੀਂ. ਬਟ whatever little ਜੋ ਮੈਨੂੰ ਸਮਝ ਆਈ ਸੀ, 1-2 ਲੋਕਾਂ ਨੇ ਪੁੱਛਿਆ ਕਿ ਜੀ ਗੁਰੂ ਜੀ ਨੂੰ ਸ਼ਬਦ ਕਿਹੜੇ ਪਸੰਦ ਸੀ. ਗੁਰੂ ਜੀ ਨੂੰ ਪੰਜਾਬੀ ਦੇ ਸ਼ਬਦ ਬੜੇ ਪਸੰਦ ਹੁੰਦੇ ਸੀ. ਬੀਇੰਗ ਫਰੋਮ ਡੁਗਰੀ, ਮਲੇਰਕੋਟਲੇ, the way everybody knows, he was very fond of shabads, and one of his most favorite I think artist ਜਿਹੜਾ ਕਹਿ ਲਓ ਜਾਂ ਸ਼ਬਦ ਗਾਣ ਵਾਲੇ ਸੀਗੇ was ਭਾਈ ਹਰਬੰਸ ਸਿੰਘ ਜਗਾਦਰੀ ਵਾਲੇ. he is no more, but ਅਗਰ ਪੁਰਾਣੀ ਸੰਗਤ ਦਾ ਜਿਹੜਾ ਕੋਈ ਅਗਰ ਇਹ ਸੁਣ ਰਿਹਾ ਹੈ and if he has been to Empire State, ਉਹ ਅੱਖਾਂ ਬੰਦ ਕਰੇਗਾ ਤੇ ਬਿਲਕੁਲ ਉਹੀ ਟਾਈਮ ਆ ਜਾਏਗਾ ਜਿਸ ਤਰ੍ਹਾਂ ਅਸੀਂ ਅੰਦਰ ਜਾਂਦੇ ਸੀ, ਗੁਰੂ ਜੀ ਬੈਠੇ ਹੁੰਦੇ ਸੀ, ਸ਼ਬਦ ਵੱਜਦੇ ਸੀ. couple of them ਇੱਕ ਬੜਾ ਫੇਮਸ ਹੁੰਦਾ ਸੀ ਰੱਖੀ ਚਰਨਾਂ ਦੇ ਕੋਲ, ਭਾਈ ਹਰਬੰਸ ਸਿੰਘ ਜਗਾਦਰੀ ਵਾਲਿਆਂ ਦਾ, ਅਤੇ ਚਰਨਾਂ ਦੀ ਮੌਜ ਬੜੀ, ਇਹ ਬੜਾ ਵੱਜਦਾ ਸੀ. ਹੋਰ ਵੀ ਹੈਗੇ ਨੇ, ਅਗਰ ਤੁਸੀਂ ਗੂਗਲ ਕਰੋਗੇ ਭਾਈ ਹਰਬੰਸ ਸਿੰਘ ਜਗਾਦਰੀ ਵਾਲੇ, ਉਹਨਾਂ ਦੇ ਜਿਹੜੇ ਸ਼ਬਦ ਹੈਗੇ ਨੇ, ਦੇ ਆਰ ਨਾਟ ਰੀਲੀ ਸ਼ਬਦ ਬਟ ਦੇ ਆਰ ਸ਼ਬਦ ਵਿਦ ਵਿਆਖਿਆ. ਉਹਦੇ ਵਿੱਚ ਉਹ ਬੋਲਦੇ ਬਹੁਤ ਹਨ, ਲੰਬੇ ਲੰਬੇ ਸ਼ਬਦ ਹੁੰਦੇ ਨੇ, 5-7 4 ਮਿੰਟ ਦੇ ਨਹੀਂ ਹੁੰਦੇ, 30 ਮਿੰਟ ਦਾ ਸ਼ਬਦ ਹੁੰਦਾ ਇੱਕ. ਅਤੇ ਉਹਦੇ ਵਿੱਚ ਅਗਰ ਤੁਸੀਂ ਸੁਣੋਗੇ is really what Guruji used to try and tell us all. And ਉਹ ਸ਼ਬਦ ਦੇ ਵਿੱਚੋਂ ਹੀ ਸਭ ਕੁਛ ਤੱਤ ਜਿਹੜਾ ਕਹਿੰਦੇ ਨੇ ਤੱਤ ਨਿਕਲ ਆਉਂਦਾ ਸੀ. ਅਤੇ ਅੱਜ ਕੱਲ੍ਹ ਤਾਂ ਖੈਰ ਸ਼ਬਦ ਘੱਟ ਵੱਜਦੇ ਨੇ ਅਤੇ ਆਈ ਥਿੰਕ ਭਜਨ ਜ਼ਿਆਦਾ ਵੱਜਦੇ ਨੇ, ਵਿਚ ਇਜ਼ ਆਲਸੋ ਵੈਰੀ ਨਾਈਸ, there is no doubt. ਬਟ ਜਿਹੜਾ ਟਾਈਮ ਅਸੀਂ ਦੇਖਿਆ ਹੋਇਆ ਉੱਥੇ ਭਜਨ ਨਹੀਂ ਵੱਜਦੇ ਸੀ, ਮੋਸਟਲੀ ਸ਼ਬਦ ਵੱਜਦੇ ਸੀ. ਐਂਡ ਦੇ ਯੂਜ਼ਡ ਟੂ ਬੀ ਬਿਊਟੀਫੁਲ ਸ਼ਬਦ, ਰੱਖੀ ਚਰਨਾਂ ਦੇ ਕੋਲ, ਹੋਰ ਕਿੰਨੇ ਸਾਰੇ ਨਾ ਵੀ ਜਿਸ ਵੇਲੇ ਵੱਜਣੇ ਸ਼ੁਰੂ ਹੁੰਦੇ ਨੇ ਉਸ ਵੇਲੇ ਯਾਦ ਆਉਣੇ ਸ਼ੁਰੂ ਹੁੰਦੇ. ਪਰ ਤੁਸੀਂ ਗੂਗਲ ਕਰੋ ਅਤੇ ਸਭ ਨਿਕਲਣਗੇ ਭਾਈ ਹਰਬੰਸ ਸਿੰਘ ਜਗਾਦਰੀ ਵਾਲੇ. ਇੱਕ ਬੜਾ ਉਹਨਾਂ ਦਾ ਸ਼ਬਦ ਹੁੰਦਾ ਸੀ, ਮੈਨੂੰ ਨਾਂ ਨਹੀਂ ਯਾਦ ਉਹਦਾ, ਬਟ ਉਹਦੇ ਵਿੱਚ 4 ਪੰਕਤੀਆਂ ਹੁੰਦੀ ਸੀ. ਐਂਡ ਗੁਰੂ ਜੀ ਬੜਾ ਹੱਸਦੇ ਸੀ ਉਹ ਸੁਣ ਕੇ. ਉਹਦੇ ਵਿੱਚ ਕੀ ਹੁੰਦਾ ਸੀ, ਉਹ ਵਿਆਖਿਆ ਕਰਦੇ ਨੇ ਜਿਸ ਵੇਲੇ ਐਕਸਪਲੇਨ ਕਰਦੇ ਨੇ, ਉਹਦੇ ਵਿੱਚ ਉਹ ਪਾਉਂਦੇ ਸੀ 4 ਸ਼ਬਦ ਆਉਂਦੇ ਸੀ. 4 ਕਿਸਮ ਦੇ ਲੋਕੀ ਆਉਂਦੇ ਨੇ ਸਤਸੰਗ ਦੇ ਉੱਤੇ, ਮੈਨੂੰ ਯਾਦ ਹੈ ਪੂਰੀ ਤਰ੍ਹਾਂ, ਊਂਗੇ, ਚੂੰਗੇ, ਸੂੰਗੇ ਅਤੇ ਡੂੰਗੇ. ਅਤੇ ਇਹ ਕਹਿ ਕੇ ਗੁਰੂ ਜੀ ਬੜਾ ਹੱਸਦੇ ਸੀ. ਬਸ ਕਦੀ ਕਦੇ ਬੈਠੇ ਹੁੰਦੇ ਸੀ ਅਤੇ ਦੇਖੇ ਸੀ ਅੱਜ ਕਿੰਨੇ ਚੂੰਗੇ ਆਏ ਸੀ ਅਤੇ ਕਿੰਨੇ ਸੂੰਗੇ ਆਏ ਸੀ ਅਤੇ ਕਿੰਨੇ ਡੂੰਗੇ ਆਏ ਸੀ, ਐਂਡ ਹੀ ਵੁੱਡ ਸਮਾਈਲ. ਸੋ the meaning of that is that 4 kinds of people really would come for satsangs. And ਮਤਲਬ not ਗੁਰੂ ਜੀ ਸਤਸੰਗ but generally ਸਤਸੰਗ ਕਹਿੰਦੇ ਸੀ ਕਿ 4 ਕਿਸਮ ਦੇ ਲੋਕੀ ਆਉਂਦੇ ਸੀ, ਊਂਗੇ, ਚੂੰਗੇ, ਸੂੰਗੇ ਅਤੇ ਡੂੰਗੇ. ਊਂਗੇ ਹੁੰਦੇ ਸੀ, ਆਈ ਮੇ ਬੀ ਰੋਂਗ ਬਟ ਇੱਕ ਵਾਰੀ ਸੁਣ ਲਓਗੇ ਤੁਸੀਂ ਪਤਾ ਲੱਗ ਜਾਏਗਾ. ਊਂਗੇ ਹੁੰਦੇ ਸੀ ਜਿਹੜੇ ਕਿ ਮਤਲਬ ਆਪਣਾ ਆਫਿਸ ਵਗੈਰਾ ਖਤਮ ਕੀਤਾ, ਸ਼ਾਮ ਖਤਮ ਕੀਤੀ, ਆਏ, ਅੱਖਾਂ ਬੰਦ ਕੀਤੀਆਂ ਅਤੇ ਚੁੱਪ ਚਾਪ ਸਤਸੰਗ ਵਿੱਚ ਬਹਿ ਗਏ ਅਤੇ ਸ਼ਬਦ ਦਾ ਰਸ ਲੈਂਦੇ ਨੇ ਅਤੇ ਬੈਠੇ ਰਹਿੰਦੇ ਨੇ. ਦੂਜੇ ਹੁੰਦੇ ਸੀ ਊਂਗੇ, ਚੂੰਗੇ. ਚੂੰਗੇ ਹੁੰਦੇ ਸੀ ਜਿਹਨਾਂ ਨੂੰ ਬੜੀ ਪ੍ਰੋਬਲਮ ਹੁੰਦੀ ਸੀ, ਤਾਂ ਹੀ ਆਉਂਦੇ ਸੀ ਅਤੇ ਅੱਖਾਂ ਬੰਦ ਕਰਦੇ ਸੀ. ਅਤੇ ਊਂਗੇ ਜਿਹੜੇ ਹੁੰਦੇ ਸੀ ਉਹ ਬੇਸਿਕਲੀ ਜਸਟ ਐਵਰੀ ਈਵਨਿੰਗ ਫॉर them was to come and sit. ਚੂੰਗੇ ਹੁੰਦੇ ਸੀ ਜਿਹਨਾਂ ਨੂੰ ਤਕਲੀਫਾਂ ਹੁੰਦੀਆਂ ਸੀ ਅਤੇ ਆਪਣੀ ਮੰਗਣ ਆਉਂਦੇ ਸੀ ਗੁਰੂਆਂ ਕੋਲੋਂ wherever else. ਸੂੰਗੇ ਹੁੰਦੇ ਸੀ ਜਿਹੜੇ ਬੜਾ ਹੱਸਦੇ ਸੀਗੇ, ਕਹਿੰਦਾ ਕਿੰਨੇ ਸੂੰਗੇ ਸੀਗੇ. ਹੂ ਕਮ, ਉਹ ਬੈਠ ਕੇ ਮੇਰੇ ਖਿਆਲ ਸ਼ਬਦ ਤੇ ਘੱਟ ਸੁਣਦੇ ਸੀ, ਬੈਠ ਕੇ ਉਹੀ ਲੱਗੇ ਰਹਿੰਦੇ ਸੀ ਕਿ ਕਿੰਨੇ ਕਿਹੜੇ ਕੱਪੜੇ ਪਾਏ, ਕਿਹੜਾ ਕਿਹੜੀ ਗੱਡੀ 'ਚ ਆਇਆ ਹੈ, ਕਿਹੜਾ ਕਿੰਨੀ ਜੂਲਰੀ ਪਾਈ ਹੋਈ ਹੈ,
ਤੇ ਅੱਖਾਂ ਮਤਲਬ ਧਿਆਨ ਘੱਟ ਹੁੰਦਾ ਸੀ ਤੇ ਅੱਖਾਂ ਜ਼ਿਆਦਾ ਖੁੱਲੀਆਂ ਹੁੰਦੀਆਂ ਸੀ ਕਿ ਅੱਗੇ ਪਿੱਛੇ ਦੇਖਦੇ ਰਹਿੰਦੇ ਸੀ ਕੌਣ ਆ ਰਿਹਾ ਕੌਣ ਜਾ ਰਿਹਾ। ਤੇ ਚੌਥੇ ਹੁੰਦੇ ਸੀ ਡੂੰਘੇ। ਡੂੰਘੇ ਹੁੰਦੇ ਸੀ ਜਿਹੜੇ ਆਂਦੇ ਸੀ ਉੱਥੇ ਮਤਲਬ ਬਸ ਲੋਕਾਂ ਨੂੰ ਮਿਲਣ ਮਿਲਾਨ ਤੇ ਸੋਸ਼ਲਾਈਜ਼ ਕਰਨ ਵਾਸਤੇ ਤੇ ਕੰਟੈਕਟ ਬਣਾਉਣ ਵਾਸਤੇ ਜਾਂ ਸੋਸ਼ਲਾਈਜ਼ ਕਰਨ ਵਾਸਤੇ। ਤੇ ਬੜਾ ਹੱਸਦੇ ਸੀ ਗੁਰੂ ਜੀ। ਕਦੀ ਕਦਾਈ ਉਹ ਥਾਲ ਦਾ ਪ੍ਰਸ਼ਾਦ ਲੈ ਕੇ ਬੈਠੇ ਹੁੰਦੇ ਸੀ ਤੇ ਕੋਈ ਜਾਂਦਾ ਸੀ ਐਂਡ ਹੀ ਵੁੱਡ ਸਮਾਈਲ ਟਰਾਈਂਗ ਟੂ ਸੇ ਕਿ ਦੇਖਿਆ ਇਹ ਚੁੰਗਾ ਆਇਆ ਹੈ। ਸ਼ਾਮੀ ਫਿਰ ਕਦੀ ਬੈਠੇ ਹੁੰਦੇ ਸੀ ਅੰਦਰ ਕਮਰੇ 'ਚ ਤੇ ਉਹ ਗੱਲ ਕਰਦੇ ਸੀ ਅੱਜ ਕਿੰਨੇ ਚੁੰਗੇ ਦੇਖੇ ਕਿੰਨੇ ਸੂੰਗੇ ਦੇਖੇ। ਸੋ ਬੇਸਿਕਲੀ ਕਹਿਣ ਦਾ ਮਤਲਬ ਇਹ ਸਾਰੇ ਸ਼ਬਦਾਂ ਵਿੱਚ ਨਾ ਸ਼ਬਦ ਜਿਹੜੇ ਵੱਜਦੇ ਸੀ ਜਗਾਦਰੀ ਵਾਲਿਆਂ ਦੇ ਉਹਦੇ ਵਿੱਚ ਸਾਰੀ ਵਿਆਖਿਆ ਨਾਲ ਬੜਾ ਕੁਝ ਨਿਕਲ ਆਉਂਦਾ ਸੀ ਆਫ ਦ ਕਾਈਂਡ ਆਫ ਮੈਸੇਜ ਗੁਰੂ ਜੀ ਵੁੱਡ ਟਰਾਈ ਐਂਡ ਗਿਵ ਅਸ ਵੁੱਡ ਆਲਵੇਜ਼ ਬੀ ਦੇਅਰ। ਤੇ ਲੋਕਾਂ ਨੇ ਮੈਨੂੰ ਪੁੱਛਿਆ ਕਿ ਜੀ ਸ਼ਬਦ ਦੱਸੋ ਤੇ ਭਾਈ ਹਰਬੰਸ ਸਿੰਘ ਜਗਾਦਰੀ ਵਾਲਿਆਂ ਨੂੰ ਸੁਣ ਲਓ। I think that's exactly what Empire State used to be। ਜਦ ਗੁਰੂ ਜੀ ਅੰਦਰ ਕਮਰਿਓਂ 4-4:30 ਵਜੇ ਆਉਂਦੇ ਸੀ ਤੇ ਇੰਨੀ ਖੁਸ਼ਬੂ ਹੁੰਦੀ ਸੀ ਕਿ ਸਾਰਾ ਮਤਲਬ ਇੰਪਾਇਰ ਸਟੇਟ ਵਿੱਚ ਪਤਾ ਲੱਗਦਾ ਸੀ ਕਿ ਗੁਰੂ ਜੀ ਕਮਰੇ ਤੋਂ ਬਾਹਰ ਆ ਗਏ। ਐਂਡ ਹੀ ਵੁੱਡ ਕਮ ਐਂਡ ਸਿਟ ਡਾਊਨ ਓਵਰ ਦੇਅਰ ਐਂਡ ਵੀ ਵੁੱਡ ਆਲ ਦੀ ਸ਼ਬਦ ਵੁੱਡ ਸਟਾਰਟ ਪਲੇਇੰਗ ਐਂਡ ਦੇ ਵੁੱਡ ਬੀ ਡੇਜ਼ ਜਦ ਬੜੇ ਸੀਰੀਅਸ ਹੁੰਦੇ ਸੀ। ਕੋਈ ਦਿਨ ਹੁੰਦੇ ਸੀ ਗੁਰੂ ਜੀ ਬੜੇ ਉਹ ਕੀ ਕਹਿੰਦੇ ਨੇ ਹੀ ਵੁੱਡ ਬੀ ਇਨ ਅ ਵੈਰੀ ਗੁੱਡ ਮੂਡ ਐਂਡ ਤਦ ਗੱਲਾਂ ਕਰਦੇ ਸੀ। ਜਾਂ ਜਿਸ ਦਿਨ ਸੀਰੀਅਸ ਹੁੰਦੇ ਸੀ ਤੇ ਉਸ ਦਿਨ ਤੇ ਸਭ ਨੂੰ ਪਤਾ ਸੀ ਕਿ ਅੱਜ ਗੁਰੂ ਜੀ ਕੋਲੋਂ ਦੂਰ ਰਹੋ ਨਹੀਂ ਤਾਂ ਕੁਝ ਪੈਦਾ ਨਹੀਂ ਹੈ। ਐਂਡ ਗੁੱਸਾ ਨਹੀਂ ਕਰਦੇ ਸੀ ਬਟ ਹਿਜ਼ ਮਾਈਂਡ ਯੂਜ਼ ਟੂ ਬੀ ਪ੍ਰੀਆਕਿਊਪਾਈਡ ਜਾਂ ਕਿਸੇ ਦਾ ਕਲਿਆਣ ਕਰਦੇ ਹੁੰਦੇ ਸੀ ਜਾਂ ਕੀ ਹੁੰਦਾ ਸੀ। ਸੋ ਦੈਟ ਵੁੱਡ ਆਲ ਰੀਅਲੀ ਟਰਾਂਸਪਾਇਰ ਥਰੂ ਦ ਸ਼ਬਦ। ਡੀਜੇ ਅੰਕਲ ਹੁੰਦੇ ਸੀ ਉਹ ਗੁਰੂ ਜੀ ਦਾ ਮੂਡ ਸਮਝ ਕੇ ਸ਼ਬਦ ਵਜਾ ਦਿੰਦੇ ਸੀ। ਪਤਾ ਸੀ ਅੱਜ ਕਿਹੋ ਜਿਹੇ ਸ਼ਬਦ ਵੱਜਣੇ ਨੇ। ਐਂਡ ਬਾਬਾ ਸਟਿਲ ਦੇਅਰ। ਡੀਜੇ ਅੰਕਲ ਤੇ ਖੈਰ ਨਹੀਂ ਹੈ ਕਿ ਬਾਬਾ ਹੈਗੇ। ਬਾਬਾ ਯੂਜ਼ ਟੂ ਹੈਂਡਲ ਦਿਸ ਥਿੰਗ। ਕਦੀ ਕਦਾਈ ਮੇਰੀ ਵੀ ਡਿਊਟੀ ਲੱਗ ਜਾਂਦੀ ਸੀ ਕਦੀ ਨਹੀਂ ਹੁੰਦੇ ਸੀ ਡੀਜੇ ਅੰਕਲ ਜਾਂ ਬਾਬਾ ਤੇ ਹੀ ਵੁੱਡ ਟੈਲ ਮੀ ਕਿ ਸ਼ਬਦ ਲਗਾ ਅੱਛਾ ਇਹ ਵਾਲਾ ਲਗਾ ਦੇ ਉਹ ਵਾਲਾ ਲਗਾ ਦੇ। ਸੋ ਦੈਟ ਵਾਜ਼ ਗੁਰੂ ਜੀ's ਡੇ ਵੈਨ ਹੀ ਵੁੱਡ ਕਮ ਆਊਟ ਐਂਡ ਸਿਟ। ਜਿਸ ਵੇਲੇ ਉਹ ਹੁੰਦੇ ਸੀ ਗੁੱਡ ਮੂਡ ਵਿੱਚ ਤੇ ਫਿਰ ਬੜਾ ਹੱਸਦੇ ਸੀ ਉਸ ਦਿਨ। ਫਿਰ ਉਹ ਸ਼ਾਮੀ ਬਹਿ ਜਾਂਦੇ ਸੀ ਲੋਕਾਂ ਨਾਲ ਐਂਡ ਹੀ ਵੁੱਡ ਸਟਾਰਟ ਚੈਟਿੰਗ ਅਪ 10-12 ਆਫ ਅਸ ਬਾਹਰ ਵਿੱਚ ਬੈਠਦੇ ਸੀ। ਤੇ ਉਹਨਾਂ ਦੇ ਉਹ ਫੇਵਰੇਟ ਕੁਝ ਹੁੰਦੇ ਸੀ। ਇੱਕ ਹੁੰਦਾ ਸੀ ਹਸਬੈਂਡ। ਕੋਈ ਆਉਂਦਾ ਸੀ ਤਾਂ ਉਹਨੂੰ ਪੁੱਛਦੇ ਸੀ ਹਸਬੈਂਡ ਕੀ ਕਰਦਾ ਹੈ ਤੇ ਉਹ ਕਹਿੰਦੇ ਸੀ ਗੁਰੂ ਜੀ ਮੇਰਾ ਹਸਬੈਂਡ ਪਾਇਲਟ ਹੈ ਜਾਂ ਮੇਰਾ ਹਸਬੈਂਡ ਬਿਜ਼ਨਸ 'ਚ ਹੈਗਾ ਹੈ ਜਾਂ ਫਿਰ ਕਹਿੰਦੇ ਕਿਹੜਾ ਹਸਬੈਂਡ ਹੈਗਾ ਐਂਡ ਦੈਨ ਯੂ ਵੁੱਡ ਸੇ ਹਸਬੈਂਡ ਦਾ ਕੀ ਮਤਲਬ ਕਹਿੰਦੇ ਸੀ ਹਾਰਸ ਅੰਡਰ ਸਿਵੀਅਰ ਬਰਡਨ ਐਂਡ ਨੋ ਡਾਇਵਰਜਨ। HUSBAND ਹਾਰਸ ਅੰਡਰ ਸਿਵੀਅਰ ਬਰਡਨ ਐਂਡ ਨੋ ਡਾਇਵਰਜਨ। ਤੇ ਬੜਾ ਦੂਜਾ ਹੁੰਦਾ ਸੀ ਗੁਰੂ ਜੀ ਨਾ ਕਾਰਡ ਬਣਦੇ ਸੀ। ਕਿਸੇ ਦਾ ਵਿਆਹ ਹੁੰਦਾ ਸੀ ਤੇ ਉਹ ਕਾਰਡ ਲੈ ਕੇ ਆਉਂਦੇ ਸੀ ਗੁਰੂ ਜੀ ਤੁਸੀਂ ਆਉਣਾ ਹੈ ਤੇ ਉਹ 20-25-30 ਕਾਰਡ ਦਿੰਦੇ ਸੀ ਗੁਰੂ ਜੀ ਨੂੰ ਤੇ ਗੁਰੂ ਜੀ ਆਪਣੇ ਹੱਥ ਨਾਲ ਬੈਠ ਕੇ ਕਾਰਡ ਦੇ ਉੱਤੇ ਨਾਂ ਲਿਖਦੇ ਸੀ ਸਭ ਦਾ। ਕਪੂਰ ਫੈਮਿਲੀ, ਖੋਸਲਾ ਫੈਮਿਲੀ, ਅਹੂਜਾ ਫੈਮਿਲੀ ਜਿਨ੍ਹਾਂ ਨੂੰ ਬੁਲਾਉਣਾ ਹੁੰਦਾ ਸੀ ਉਹਨਾਂ ਨੂੰ ਨਾਲ ਮਤਲਬ ਸੀ ਕਿ ਗੁਰੂ ਜੀ ਨਾਲ ਵਿਆਹ ਤੇ ਜਾਣਾ। ਤੇ ਉਹਦੇ ਵਿੱਚ ਉਹ ਹੁੰਦਾ ਸੀ RSVP ਤੇ ਇੱਕ ਦਿਨ ਬੈਠੇ ਬੈਠੇ ਪੁੱਛਦੇ ਨੇ ਤੇ RSVP ਪਤਾ ਕੀ ਹੁੰਦਾ ਹੈ ਤੇ ਰਿਪਲਾਈ ਉਹ ਕੀ ਕਹਿੰਦੇ ਨੇ whatever in English ਕਹਿੰਦੇ ਨੇ RSVP ਕਹਿੰਦੇ ਨਹੀਂ RSVP ਦਾ ਮਤਲਬ ਹੁੰਦਾ ਰਿਪਲਾਈ ਸੂਨ ਵਰਨਾ ਪਿਟੋਗੇ। ਰਿਪਲਾਈ ਸੂਨ ਵਰਨਾ ਪਿਟੋਗੇ ਤੇ ਨਾਰਮਲ ਅਸੀਂ ਮਜ਼ਾਕ ਕਰਦੇ ਸੀ ਕਹਿੰਦੇ ਨਹੀਂ ਰੋਣਗੇ ਸਾਰੇ ਵਿਆਹ ਦੇ ਪਿੱਛੋਂ। RSVP ਰੋਣਗੇ ਸਾਰੇ ਵਿਆਹ ਪਿੱਛੋਂ। ਸੋ ਗੁਰੂ ਜੀ ਦੇ ਬੜੀ ਸੈਂਸ ਆਫ ਹਿਊਮਰ ਬੜੀ ਹੁੰਦੀ ਸੀ ਇਨ ਚੀਜ਼ਾਂ 'ਚ। ਬਾਕੀ ਗੁਰੂ ਜੀ ਕਿਸੇ ਨੇ ਪੁੱਛਿਆ ਮੈਨੂੰ ਕਿ ਜੀ ਗੁਰੂ ਜੀ ਖਾਂਦੇ ਕੀ ਸੀ। ਗੁਰੂ ਜੀ ਨੂੰ ਕਰੇਲੇ ਬੜੇ ਪਸੰਦ ਸੀ। ਅਗਲੀ ਦਫਾ ਲੰਗਰ ਕਰੋ ਤੇ ਕਰੇਲੇ ਜ਼ਰੂਰ ਬਣਾਉਣਾ। ਹੀ ਯੂਜ਼ ਟੂ ਲਵ ਕਰੇਲਾਸ। ਅਸੀਂ ਲੋਕ ਅੰਦਰ ਕਿਚਨ 'ਚ ਕਹਿੰਦੇ ਸੀ ਉਹ ਅੱਜ ਕਰੇਲੇ ਬਣੇ ਨੇ ਤੇ ਅਸੀਂ ਤੇ ਦੂਜਾ ਕਹਿੰਦੇ ਸੀ ਕੁਝ ਹੋਰ ਮਿਲ ਜਾਏ ਬਟ ਗੁਰੂ ਜੀ ਨੂੰ ਐਂਡ ਨਾ ਬੈਠ ਕੇ ਹੀ ਵੁੱਡ ਲਵ ਦ ਕਰੇਲਾਸ ਟੇਕ ਇਟ ਫਾਰਵਰਡ ਫਰੋਮ ਦੇਅਰ। ਕਿਸੇ ਹੋਰ ਨੇ ਮੈਨੂੰ ਇੱਕ ਵਾਰੀ ਇਸ ਪਿਛਲੇ ਵੀਡੀਓ ਬਾਅਦ ਕਿਹਾ ਕਿ ਅੰਕਲ ਨਹੀਂ ਤੁਸੀਂ ਠੀਕ ਨਹੀਂ ਦੱਸ ਰਹੇ। ਕੋਈ ਮੈਸੇਜ ਆਇਆ ਸੀ ਕਿਸੇ ਲੇਡੀ ਦਾ ਕਿ ਗੁਰੂ ਜੀ ਤੇ ਸਤਸੰਗ ਡਾਂਸ ਕਰਾਉਂਦੇ ਸੀ ਸਿਰਫ ਵੱਡੇ ਫੰਕਸ਼ਨ ਤੇ ਨਹੀਂ ਕਰਾਉਂਦੇ ਸੀ। ਗੁਰੂ ਜੀ ਕਦੀ ਸਤਸੰਗ ਵਿੱਚ ਨਹੀਂ ਡਾਂਸ ਕਰਾਉਂਦੇ ਸੀ। ਗੁਰੂ ਜੀ ਕਦੀ ਕਦਾਈ ਹਫਤੇ 'ਚ ਇੱਕ ਅੱਧੀ ਦਫਾ ਕਿਸੇ ਨੂੰ ਰਾਤੀ ਕਹਿ ਦਿੰਦੇ ਸੀ 10-11 ਵਜੇ ਦੇ ਸੰਗਤ ਚਲੀ ਜਾਂਦੀ ਸੀ ਕਿ ਚਲੋ ਅੰਕਲ ਡਾਂਸ ਕਰੋ ਜਾਂ ਆਂਟੀ ਡਾਂਸ ਕਰੋ। ਉਹ ਉਹਨਾਂ ਦਾ ਇੱਕ ਤਰੀਕਾ ਹੁੰਦਾ ਸੀ ਕਿ ਉਹਨਾਂ ਦਾ ਕੋਈ ਕਲਿਆਣ ਹੋ ਰਿਹਾ ਹੁੰਦਾ ਸੀ। ਤਾਂ ਇਸ ਤਰ੍ਹਾਂ ਨਹੀਂ ਹੁੰਦਾ ਸੀ ਕਿ ਜਿਸ ਤਰ੍ਹਾਂ ਅਸੀਂ ਅੱਜ ਕੱਲ੍ਹ ਸਤਸੰਗ 'ਤੇ ਗਏ ਅਤੇ ਸਿੱਧਾ ਡਾਂਸ ਕਰਨਾ ਸ਼ੁਰੂ ਕਰ ਦਿੱਤਾ। ਪਹਿਲੇ ਅਸੀਂ ਇੱਕ ਸਪਿਰਿਚੁਅਲ ਮੋਡ 'ਚ ਹੈਗੇ ਹਾਂ ਐਂਡ ਘੰਟਾ 1.5 ਘੰਟਾ ਸ਼ਬਦ ਸੁਣੇ ਜਾਂ ਉਹ ਸੁਣੇ ਉਸ ਤੋਂ ਬਾਅਦ ਸਿੱਧਾ ਮਿਊਜ਼ਿਕ ਔਨ ਕਰਕੇ ਡਾਂਸ ਕਰਨਾ ਸ਼ੁਰੂ ਕਰ ਦਿੱਤਾ। ਸੋ that's my personal opinion। ਹੁਣ ਕੋਈ ਮੰਨੇ ਨਾ ਮੰਨੇ that's up to them but yes ਡਾਂਸ ਕਦੀ ਕਦਾਈ 2-4-10 ਲੋਕਾਂ ਵਿੱਚ ਗੁਰੂ ਜੀ ਕਰਾ ਵੀ ਦਿੰਦੇ ਸੀ ਕਿਸੇ ਦਾ। ਉਹ ਕਲਿਆਣ ਕਰਨ ਦਾ ਤਰੀਕਾ ਹੁੰਦਾ ਸੀ ਉਹਨਾਂ ਦਾ। ਬਟ ਇਹ ਕੋਈ ਦੀ ਉਹ ਨਹੀਂ ਸੀਗਾ ਕਿ ਸਤਸੰਗ ਸ਼ਬਦ ਖਤਮ ਹੋਏ ਤੇ ਡਾਂਸਿੰਗ ਸ਼ੁਰੂ ਹੋ ਗਈ। ਇਟਸ ਲਾਈਕ
ਕੋਈ ਬੰਦਾ ਗਰਮ ਗਰਮ ਚਾਹ ਪੀ ਕੇ ਤੇ ਇੱਕਦਮ ਤੇ ਠੰਡਾ ਕੋਕੋਲਾ ਪੀਏਗਾ ਨਹੀਂ ਉਸ ਤੋਂ ਬਾਅਦ ਇਮੀਡੀਏਟਲੀ। ਸੋ ਜਦ ਅਸੀਂ ਸਤਸੰਗ ਵਿੱਚ ਆਏ ਹਾਂ, ਵੀ ਹੈਵ ਕਮ ਵਿਦ ਅ ਪਰਟੀਕੁਲਰ ਹਾਊ ਡੂ ਯੂ ਪੁੱਟ ਇਟ ਫਰੇਮ ਆਫ ਮਾਈਂਡ, ਬੋਡੀ ਹੈਜ਼ ਗੋਨ ਇਨ ਟੂ ਦੈਟ ਪੋਜ਼ਿਟਿਵਿਟੀ। ਉੱਥੇ ਬੈਠੇ ਅਸੀਂ ਸ਼ਾਂਤ ਹੋ ਗਏ ਹਾਂ, ਆਰ ਮਾਈਂਡ ਇਜ਼ ਐਟ ਈਜ਼, ਵੀਵ ਹਰਡ ਸ਼ਬਦਸ, ਵੀਵ ਹਰਡ ਵਿਆਖਿਆ, ਵੀਵ ਹਰਡ ਉਪਦੇਸ਼ ਸੁਣੇ ਨੂੰ ਵਿਆਖਿਆ ਚ ਵਟਐਵਰ। ਤੇ ਉਹ ਚੀਜ਼ ਸਾਨੂੰ ਨਾ ਜਿੰਨੀ ਦੇਰ ਜ਼ਿਆਦਾ ਅਸੀਂ ਆਪਣੇ 'ਚ ਰੱਖੀਏ ਉਨਾ ਜ਼ਿਆਦਾ ਅਬਜ਼ੋਰਬ ਕਰਨੇ ਅਸੀਂ ਉਸ ਚੀਜ਼ ਨੂੰ। ਬਟ ਅਗਰ ਅਸੀਂ ਸਿੱਧਾ ਮਤਲਬ ਉਹ ਸਵਿਚ ਔਨ ਆਫ ਕੀਤਾ ਕਿ ਸ਼ਬਦ ਖਤਮ ਤੇ ਡਾਂਸਿੰਗ ਸ਼ੁਰੂ, ਦੈਟ ਇਜ਼ ਮਾਈ ਦਿਸ ਥਿੰਗ। ਕੋਈ ਅਗਰੀ ਕਰਨ ਕੋਈ ਨਾ ਕਰਨ, ਦੈਟਸ ਟੂ ਈਚ ਇਜ਼ ਓਨ। ਬਟ ਹਾਂਜੀ, ਸੋ ਆਈ ਥਿੰਕ ਕਿਸੇ ਨੇ ਪੁੱਛਿਆ ਸੀ ਕਿ ਜੀ ਖਾਂਦੇ ਕੀ ਇਹਨੂੰ, ਮੈਂ ਦੱਸ ਦਿੱਤਾ ਕਰੇਲੇ ਦਾ ਬੜਾ ਸ਼ੌਕ ਸੀ, ਛਾਛ ਪੀਂਦੇ ਸੀ, ਲੱਸੀ ਬੜੀ ਪੀਂਦੇ ਸੀ, ਬੜਾ ਸ਼ੌਕ ਸੀ ਕਮਿੰਗ ਫਰੋਮ ਪੰਜਾਬ। ਖਾਸ ਗੁਰੂ ਜੀ ਵਾਸਤੇ ਟੀਟੂ ਅੰਕਲ ਮੇਰੇ ਖਿਆਲ ਲੈ ਕੇ ਆਉਂਦੇ ਸੀ, ਟੀਟੂ ਅੰਕਲ ਐਂਡ ਆਂਟੀ ਫਰੋਮ ਪਿੰਡ, ਉਹਨਾਂ ਵਾਸਤੇ ਮੱਕੀ ਦੀ ਰੋਟੀ ਐਂਡ ਸਰਸੋਂ ਦਾ ਸਾਗ, ਸਫੇਦ ਮੱਖਣ ਲੈ ਕੇ ਆਉਂਦੇ ਸੀ, ਐਂਡ ਉਹ ਬੜਾ ਪਸੰਦ ਹੁੰਦਾ ਸੀ ਜਦ ਵੀ ਆਉਂਦੇ ਸੀ। ਤੇ ਟੀਟੂ ਲੈ ਕੇ ਆਈ, ਸੋ ਟੀਟੂ अंकल वो लेके आते सी घर। तो खैर लंगर गुरु जी के लिए रोज़ बनता ही था वहाँ पे। सो यू नो बड़ी चीज़ां गुरु जी के वास्ते। सो एज रोज़ सुनना तुसी भाई हरबंस सिंह जगादरी वाले, एंड फिर देखना मतलब सत्संग उस टाइम ते किहो जिहा हुंदा सी, एंड तुहानूं बिल्कुल एक वो फीलिंग आएगी कि जिस तरह गुरु जी उत्थे ही बैठे हुए। सो एनीवे दैट्स ऑल फॉर टुडे। फिर कभी मूड आएगा फिर दसांगा। जय गुरु जी संगत जी।